ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਮ ਏਕ ਨਿਸ ਜਬ ਗਈ, ਹਾਜ਼ਰਾ ਹਜ਼ੂਰ ਜੁਗੋ ਜੁਗੋ ਅਟਲ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਜੇ ਪਾਵਨ ਦਰਬਾਰ ਨਿੱਘੀ ਗੋਦ ਵਿੱਚ ਇੰਟਰਨੈਟ ਰਾਹੀਂ ਜੁੜੇ ਹੋਏ ਖਾਲਸਾ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ ਸ਼ਾਮ ਦੇ ਦੀਵਾਨ ਦੇ ਵਿੱਚ ਜੁੜ ਕੇ ਆਪਣੇ ਜੀਵਨ ਦਾ ਲਾਹਾ, ਜੀਵਨ ਦੀਆਂ ਕੁਝ ਘੜੀਆਂ ਸਫਲੀਆਂ ਬਣਾ ਰਹੇ ਹੋ। ਕੀਰਤਨ ਦਾ ਆਨੰਦ ਮਾਣਿਆ। ਆਓ ਗੁਰੂ ਇਤਿਹਾਸ ਨਾਲ ਜੁੜ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਅਮਰ ਇਤਿਹਾਸ ਨੂੰ ਸਰਵਣ ਕਰਕੇ ਜਿੱਥੇ ਸਾਡਾ ਸਮਾਂ ਸਫਲਾ ਹੋਣਾ ਹੈ, ਉੱਥੇ ਸਾਨੂੰ ਗੁਰੂ ਦੇ ਇਤਿਹਾਸ ਦੀ ਜਾਣਕਾਰੀ, ਸੋਝੀ ਅਤੇ ਗਿਆਨ ਪ੍ਰਾਪਤ ਹੋਣਾ ਹੈ। ਆਪ ਨੇ ਬੜੇ ਪਿਆਰ ਨਾਲ ਸਰਵਣ ਕੀਤਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਰਾਮਸਰ ਸਾਹਿਬ ਤੋਂ ਸੰਪੂਰਨਤਾਈ ਹੋਣ ਉਪਰੰਤ 1661 ਭਾਦਰੋਂ ਸੁਦੀ ਏਕਮ ਹਰਿਮੰਦਰ ਸਾਹਿਬ ਜੀ ਵਿੱਚ ਪ੍ਰਕਾਸ਼ ਕੀਤੇ। ਬਾਬਾ ਬੁੱਢਾ ਜੀਆਂ ਨੇ ਮੁੱਖ ਵਾਕ ਲਏ। ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਸਤਿਗੁਰੂ ਪਾਤਸ਼ਾਹ ਜੀ ਦਾ ਹੁਕਮ ਹੋਇਆ, ਕੀਰਤਨ ਕਰੋ। ਹਰਿਮੰਦਰ ਸਾਹਿਬ ਜੀ ਦੀ ਅੰਮ੍ਰਿਤ ਰੂਪ ਬਾਣੀ ਦੀ ਉਪਮਾ ਆਪਣੇ ਪਿਆਰ ਨਾਲ ਵਿਸਥਾਰ ਨਾਲ ਕੱਲ੍ਹ ਸੁਣੀ। ਬਾਬਾ ਜੀਆਂ ਨੇ ਬੇਨਤੀ ਕੀਤੀ, ਮਹਾਰਾਜ ਸ਼ਾਮ ਦੀ ਮਰਜ਼ਾਦਾ ਕੀ ਹੈ? ਜੋ ਸ਼ਾਮ ਦੀ ਮਰਜ਼ਾਦਾ ਮਹਾਰਾਜ ਨੇ ਦੱਸੀ ਕਿ ਸਾਰਾ ਦਿਨ ਕੀਰਤਨ ਹੋਣਾ ਹੈ। ਸ਼ਾਮਾਂ ਨੂੰ 1:30 ਪਹਿਰ ਰਾਤ ਗਈ ਤੋਂ ਕਾਨੜੇ ਦੀ ਚੌਂਕੀ ਆਸ ਭਾਵ ਕੇ ਕੀਰਤਨ ਸੋਹਿਲ ਦਾ ਪਾਠ, ਫਿਰ ਸੁੰਦਰ ਅਸਥਾਨ ਕੋਠਾ ਸਾਹਿਬ ਬਿਰਾਜਮਾਨ। ਅੰਮ੍ਰਿਤ ਵੇਲੇ ਫਿਰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨੇ। ਇਹ ਸਾਰਾ ਵਿਸਥਾਰ ਨਾਲ ਕੱਲ੍ਹ ਸੁਣਿਆ। ਆਓ ਪਿਆਰ ਨਾਲ ਸੁਰਤੀ ਜੋੜੀਏ। ਸ਼ਾਮਾਂ ਹੋਈਆਂ ਨੇ। ਸ਼ਾਮਾਂ ਦੀ ਸੋਦਰ ਦੀ ਚੌਂਕੀ ਪਹਿਲਾਂ ਹੋਈ ਹੈ, ਅਰਦਾਸ ਹੋਈ ਹੈ, ਫਿਰ ਕੀਰਤਨ ਆਰੰਭ ਹੋਇਆ ਹੈ। ਆਓ ਪਿਆਰ ਨਾਲ ਮਨ ਇਕਾਗਰ ਕਰਕੇ ਸੁਰਤੀ ਜੋੜ ਕੇ ਸਰਵਣ ਕਰੀਏ। ਜਾਮ ਏਕ ਨਿਸ ਜਬ ਗਈ, ਇੱਕ ਪਹਿਰ ਰਾਤ ਚਲੀ ਗਈ ਹੈ। ਕੀਰਤਨ ਹੋਤ ਬੇਅੰਤ, ਬੇਅੰਤ ਸਾਰਾ ਦਿਨ ਤੋਂ ਕੀਰਤਨ ਹੋਇਆ। ਹੁਣ ਵੀ ਬੇਅੰਤ ਬਹੁਤ ਸੁੰਦਰ ਕੀਰਤਨ ਹੋ ਰਿਹਾ ਸੀ। ਕਾਨੜੇ ਕੀ ਚੌਂਕੀ ਭਈ, ਕਾਨੜੇ ਦੀ ਚੌਂਕੀ ਗਾਇਨ ਕੀਤੀ, ਕਿਉਂਕਿ ਗੁਰੂ ਘਰ ਦੇ ਵਿੱਚ ਚੌਂਕੀਆਂ, ਝੰਡੇ, ਚੌਂਕੀਆਂ ਸ਼ਬਦ ਬਿਲਾਵਲ ਦੀ ਚੌਂਕੀ, ਬਸੰਤ ਦੀ ਚੌਂਕੀ, ਕਾਨੜੇ ਦੀ ਚੌਂਕੀ, ਇਸ ਤਰ੍ਹਾਂ ਜਿਵੇਂ ਸੋਦਰ ਦੀ ਚੌਂਕੀ, ਇਹ ਚੌਂਕੀਆਂ, ਆਸਾ ਜੀ ਦੀ ਵਾਰ ਦੀ ਚੌਂਕੀ, ਇਹ ਚੌਂਕੀਆਂ ਗਾਈਆਂ ਜਾਂਦੀਆਂ ਹਨ। ਵੀ ਜਿਹੜੇ ਰਾਗ ਨਾਲ ਸਮੇਂ ਦੇ ਮੁਤਾਬਕ ਕੀਰਤਨ ਹੁੰਦਾ, ਉਸ ਦੀ ਚੌਂਕੀ ਮੰਨੀ ਜਾਂਦੀ ਵੀ ਇਸ ਸਮੇਂ ਇਹੀ ਰਾਗ ਦਾ ਗਾਇਨ ਹੋਣਾ ਹੈ। ਇਉਂ ਕਾਨੜੇ ਦੀ ਵਾਰ ਦੀ ਚੌਂਕੀ ਗਾਇਨ ਸ਼ਬਦ ਗਾਇਨ ਕੀਤਾ ਏ। ਸ੍ਰੀ ਗੁਰ ਸੁਨੈ ਅਨੰਤ, ਸਤਿਗੁਰੂ ਮਹਾਰਾਜ ਅਨੰਤ ਦੇ ਮਾਲਕ ਆਪ ਵੀ ਸਰਵਣ ਕਰਦੇ ਰਹੇ। ਚੌਪਾਈ 1:30 ਜਾਮ ਨਿਸ ਜਬੈ ਬਿਹਾਈ, 1:30 ਪਹਿਰ ਰਾਤ ਬਤੀਤ ਹੋ ਜਾਂਦੀ ਹੈ। ਕੀਰਤਨ ਸੋਲਾ ਪੜਿਓ ਤਦਾਹੀ, ਇਉਂ ਮਾਨੋ 9:30 10 10:30 ਦੇ ਸਮਾਂ ਹੋਇਆ। ਫਿਰ ਕੀਰਤਨ ਸੋਹਿਲ ਦਾ ਪਾਠ ਕੀਤਾ ਹੈ। ਕਰ ਅਰਦਾਸ ਬੁੱਢੇ ਸੁਖ ਪਾਇਓ, ਅਰਦਾਸ ਕੀਤੀ ਬਾਬਾ ਬੁੱਢਾ ਜੀਆਂ ਨੇ ਬੜੇ ਪਿਆਰ ਦੇ ਨਾਲ ਪਾਤਸ਼ਾਹ ਜੀ ਸੁਖਾਸਣ ਕੀਤੇ। ਗੁਰੂ ਗ੍ਰੰਥ ਜੀ ਸੀਸ ਉਠਾਇਓ, ਅਰਦਾਸ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਤੇ ਲਿਆ ਹੈ। ਸ੍ਰੀ ਗੁਰ ਕਰਮੈ ਚੋਰ ਸੁਹਾਇਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਚੌਰ ਸਾਹਿਬ ਚਲਾ ਰਹੇ ਨੇ। ਸੰਖਣ ਕੀ ਧੁਨ ਅਤ ਛਬ ਪਾਇਓ, ਸੰਖਾਂ ਦੀ ਧੁਨੀ ਬਹੁਤ ਸੋਹਣੀ ਹੋ ਰਹੀ ਹੈ। ਕੜਤਾਲਾਂ ਨਰਸਿੰਗੇ ਗੱਜ ਰਹੇ ਨੇ।
ਪਰਤੇ ਏ ਬਿਦ ਜਾਮੈ। ਕਿਉਂ ਪੁਲ ਦੇ ਉੱਤੇ ਦੀ ਤੁਰੇ ਆ ਰਹੇ ਨੇ ਸਤਿਗੁਰੂ ਪਾਤਸ਼ਾਹ ਜੀ। ਖੀਰ ਸਿੰਧ ਮੈਂ ਸਹਿਜ ਬਿਛਾਵੈ। ਕਵੀ ਜੀ ਨੇ ਪ੍ਰਮਾਣ ਦਿੱਤਾ ਹੈ ਕਿ ਮਾਨੋ ਜਿਵੇਂ ਖੀਰ ਸਮੁੰਦਰ ਦੇ ਵਿੱਚ ਭਗਵਾਨ ਦਾ ਆਸਣ ਮੰਨਿਆ ਜਾਂਦਾ, ਉੱਤੇ ਤੁਰੇ ਆਉਂਦੇ ਹੋਣ, ਅੱਗੇ ਸੇਜਾ ਵਿਛਦੀ ਜਾਵੇ। ਇਉਂ ਹਰਿਮੰਦਰ ਸਾਹਿਬ ਦੇ ਵਿੱਚੋਂ ਜਦੋਂ ਪੁਲ ਦੇ ਉੱਤੇ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸਤਿਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਆਪ ਆ ਰਹੇ ਨੇ, ਨਾਲ ਲਈ ਆ ਰਹੇ ਨੇ। ਇਉਂ ਹੀ ਆ ਰਹੇ ਨੇ ਜਿਵੇਂ ਖੀਰ ਸਮੁੰਦਰ ਤੋਂ ਪਰਮੇਸ਼ਰ ਆ ਰਿਹਾ ਹੋਵੇ। ਭਗਵੰਤਨ ਦੇਸ ਰਚਿਓ ਜੋ ਧਾਮਾ। ਖੇਤ ਕਿੱਥੇ ਪਹੁੰਚੇ ਨੇ? ਜਿੱਥੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਸੁੰਦਰ ਸਥਾਨ ਸਜਿਆ ਏ। ਗੁਰ ਅਰਜਨ ਕੋ ਕਰ ਬਿਸ਼ਰਾਮਾ। ਜੇ ਸੁੰਦਰ ਕੋਠਾ ਸਾਹਿਬ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਹਿਲਾਂ ਆਪ ਵਿਸਰਾਮ ਕਰਦੇ ਹੁੰਦੇ ਸੀ। ਸਭ ਨਿਸ ਇਹਾਂ ਬਿਸਰਾਮ ਮੈਂ ਪਾਵੈ। ਹੁਣ ਅੱਜ ਰਾਤ ਨੂੰ ਭਾਵੇਂ ਇੱਥੇ ਵਿਸਰਾਮ ਕਰਾਉਣਾ ਹੈ। ਨਿਜ ਮੈਲੀ ਗੁਰ ਕਬੈ ਸੋ ਜਾਵੈ। ਸਤਿਗੁਰੂ ਮਹਾਰਾਜ ਆਪਣੇ ਮਹਿਲਾਂ 'ਚ ਕਦੇ ਕਦੇ ਜਾਂਦੇ ਹੁੰਦੇ ਸੀ, ਜ਼ਿਆਦੇ ਸਮਾਂ ਕੋਠਾ ਸਾਹਿਬ 'ਚ ਰਾਤ ਨੂੰ ਵਿਸਰਾਮ ਕਰਦੇ ਸੱਚਖੰਡ 'ਚ। ਭਗਤ ਸਿੰਘ ਸੁਨ ਕੋਠੜੀ ਸੋਈ। ਭਗਤ ਸਿੰਘ ਜੀ ਕਹਿੰਦੇ ਨੇ ਵੀ ਇਸ ਜਿਹੜੀ ਕੋਠੜੀ ਕੋਠਾ ਸਾਹਿਬ ਸੱਚਖੰਡ ਹੈ, ਇਹਦੀ ਵੀ ਉਪਮਾ ਸੁਣੋ। ਕਲਪ ਬ੍ਰਿਸ਼ ਸਮ ਜਗ ਮੈਂ ਹੋਈ। ਇਹ ਜਗਤ ਦੇ ਵਿੱਚ ਕਲਪ ਬਿਰਛ ਦੀ ਨਿਆਈ ਹੈ, ਭਾਵ ਜੋ ਕਲਪਨਾ ਇੱਛਾ ਰੱਖਦੇ ਹਾਂ ਪੂਰੀਆਂ ਕਰਦੀ ਹੈ। ਗੁਰੂ ਗ੍ਰੰਥ ਕਾ ਵਾਸਾ ਭਿਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸੁੰਦਰ ਸਥਾਨ ਸੱਚਖੰਡ ਵਿੱਚ ਵਾਸਾ ਹੈ, ਵਸਦੇ ਹਨ। ਜਾਹੇ ਵੇਖ ਦੁਖ ਸਗਲਾ ਗਇਓ। ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਖਤਮ ਹੁੰਦੇ ਨੇ, ਸਾਰੇ ਦੁੱਖ ਚਲੇ ਜਾਂਦੇ ਨੇ। ਦੋਹਰਾ ਨਮੀਨ ਪਲੰਗ ਗੁਰ ਆਪਣੋ। ਧੰਨ ਸਤਿਗੁਰੂ ਪਾਤਸ਼ਾਹ ਜੀਆਂ ਵਾਸਤੇ ਵੀ ਜਿਹੜਾ ਸੋਹਣਾ ਪਲੰਗ ਸੀ ਪਹਿਲਾਂ, ਪਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਾਸਤੇ ਨਵੀਨ ਸੋਹਣਾ ਸੁੰਦਰ ਪਲੰਗ ਆਇਆ ਹੈ। ਦੀਨੋ ਤਬੈ ਡਸਾਏ। ਬੜਾ ਸੋਹਣਾ ਪਲੰਗਾ ਲਾਇਆ ਗਿਆ। ਸੇਜ ਬੰਦ ਕਸ ਪ੍ਰੇਮ ਸੋ। ਸੋਹਣਾ ਸੁੰਦਰ ਸੀਜ ਬੰਦ ਭਾਵ ਸੀਜਾ ਵਿਛਾ ਕੇ, ਚਾਦਰ ਵਿਛਾ ਕੇ ਉਹਦੇ ਆਲੇ ਦੁਆਲੇ ਗੁੰਫੇ ਬੰਨੇ ਜਾਂਦੇ ਪਾਵਿਆਂ ਨਾਲ। ਇਉਂ ਬੜਾ ਸੋਹਣਾ ਸਜਾ ਦਿੱਤਾ ਹੈ। ਗ੍ਰੰਥ ਬਿਸ਼ਰਾਮ ਕਰਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਸੁੰਦਰ ਪਲੰਗੇ ਦੇ ਉੱਤੇ ਸੁਸ਼ੋਭਿਤ ਕੀਤਾ, ਸੁਖਾਸਣ ਕੀਤੇ। ਭੂਮ ਸੈਨ ਨਿਤ ਪ੍ਰਤ ਕਰੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਵਾਸਤੇ ਗੁਰਸਿੱਖ ਫਿਰ ਉਦੋਂ ਇੱਕ ਹੋਰ ਪਲੰਗਾ ਲਿਆਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਇਹ ਦੂਜਾ ਪਲੰਗਾ ਕਹਿੰਦੇ ਮਹਾਰਾਜ ਆਪ ਜੀ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਅਸੀਂ ਬਾਣੀ ਦੀ ਬਰਾਬਰਤਾ ਨਹੀਂ ਕਰ ਸਕਦੇ, ਪਲੰਗਾ ਲੈ ਜਾਓ। ਪਲੰਗਾ ਮੋੜਿਆ। ਆਪ ਸਤਿਗੁਰੂ ਮਹਾਰਾਜ ਭੁੰਜੇ ਆਸਣ ਲਾਉਂਦੇ ਰਹੇ। ਅੱਜ ਵੀ ਆਪਾਂ ਜਾਂਦੇ ਹਾਂ, ਕੁਝ ਸਾਨੂੰ ਜੋ ਸੀਨੇ ਬਸੀਨੇ ਸੰਗਤਾਂ ਦੇ ਰਾਹੀਂ ਪਤਾ ਲੱਗਦਾ ਹੈ, ਬਚਨ ਚਲੇ ਆਉਂਦੇ ਨੇ। ਕਿਉਂਕਿ ਸੱਚਖੰਡ ਦੇ ਚਾਰੇ ਪਾਵਿਆਂ ਥੱਲੇ ਦੇ ਕਰਕੇ ਸੁੰਦਰ ਚਾਦਰ ਵਿਛਾਈ ਹੁੰਦੀ ਹੈ, ਰੋਜ਼ ਥੱਲੇ ਚਾਦਰ ਵਿਛਾਈ ਹੁੰਦੀ ਹੈ ਸੱਚਖੰਡ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ। ਹੋਰ ਵੀ ਕਈ ਥਾਵੇਂ ਗੁਰਸਿੱਖ ਵਿਛਾਉਂਦੇ ਨੇ। ਉਹ ਭਾਵੇਂ ਉਹ ਵਿਛਾਈ ਜਾਂਦੀ ਹੈ ਕਿ ਇਹ ਆਸਣ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ। ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਲੰਗੇ 'ਤੇ ਸੁਸ਼ੋਭਿਤ ਨੇ। ਸਤਿਗੁਰੂ ਮਹਾਰਾਜ ਜੀਆਂ ਵਾਸਤੇ ਸੁੰਦਰ ਆਸਣ ਹੈ ਥੱਲੇ ਨੀਚੇ। ਇਉਂ ਪਾਤਸ਼ਾਹ ਆਪ ਫਿਰ ਭੂਮ ਆਸਣ ਨੀਚੇ ਆਸਣ ਲਾ ਕੇ ਵਿਰਾਜਮਾਨ ਹੋਏ। ਗੁਰੂ ਗ੍ਰੰਥ ਕੇ ਪਾਸ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ। ਗੁਰੂ ਗ੍ਰੰਥ ਭਗਵੰਤ ਸਮ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਰਮੇਸ਼ਰ ਸਰੂਪ ਹਨ। ਜਾਣੈ ਕਰ ਅਰਦਾਸ। ਮਹਾਰਾਜ ਜਾਣਦੇ ਸੀ ਤੇ ਆਪ ਵੀ ਅਰਦਾਸ ਕਰਦੇ ਸੀ। ਸਾਨੂੰ ਵੀ ਸਤਿਗੁਰੂ ਪਾਤਸ਼ਾਹ ਜੀਆਂ ਨੇ ਉਪਦੇਸ਼ ਦਿੱਤਾ। ਅੱਜ ਸਾਡੇ ਸਤਿਗੁਰੂ ਨਿਰੰਕਾਰ ਸਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ, ਉਹੀ ਜੋਤ ਨੇ ਗੁਰੂ ਨਾਨਕ ਨਿਰੰਕਾਰ ਜੀਆਂ ਦੀ। ਕਵਿਓ ਵਾਚ ਸਵਈਆ ਜਗ ਤਾਰਨ ਹੇਤ ਨਕੇਤ ਰਚਿਓ। ਇਹ ਸਵਈਆ ਕਵੀ ਜੀਆਂ ਨੇ ਆਪ ਆਪਣੇ ਵੱਲੋਂ ਉਚਾਰਨ ਕੀਤਾ ਹੋਇਆ ਹੈ ਕਿ ਜਗਤ ਦੇ ਤਾਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਨਿਕੇਤ ਤੇ ਸੁੰਦਰ ਰਚਨਾ ਕੀਤੀ ਹੈ ਸੋਹਣੇ ਘਰ ਦੀ। ਗੁਰੂ ਗ੍ਰੰਥ ਕੋ ਧਾਮ ਮਹਾ ਸ਼ਬ ਪਾਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਹ ਸੁੰਦਰ ਧਾਮ ਹੈ। ਹਰਿਮੰਦਰ ਸਾਹਿਬ, ਕੋਠਾ ਸਾਹਿਬ, ਸੱਚਖੰਡ
ਬਾਹਲੀ ਜ਼ਿਆਦੇ ਸੋਭਾ ਪਾਉਂਦਾ ਹੈ। ਪਰਮੇਸ਼ਰ ਦਾ ਆਪਣਾ ਘਰ ਹੈ। ਨਰ ਨਾਰ ਜੋ ਏ ਦਰਸ ਕਰੈ, ਇਸਤਰੀ ਪੁਰਸ਼ ਸਿੱਖ ਸਿੱਖਣੀ ਜੋ ਵੀ ਆ ਕੇ ਦਰਸ਼ਨ ਕਰਦਾ ਹੈ, ਦੀਦਾਰ ਕਰਦਾ ਹੈ। ਲక్ష్ਮੀ ਪੈ ਪੁੱਤਰ ਕੀ ਇੱਛ ਪੁਰਾਏ, ਕਿਉਂ ਮਾਨੋ ਜੋ ਵੀ ਇੱਛਾ ਲੈ ਕੇ ਕੋਈ ਮਾਇਆ ਚਾਹੁੰਦਾ ਹੈ, ਕੋਈ ਪੁੱਤਰ ਦੀ ਦਾਤ ਚਾਹੁੰਦਾ ਹੈ, ਉਹ ਦਾਤਾਂ ਜਗਤ ਦੀਆਂ ਵੀ ਭਾਵਨਾ ਪੂਰੀਆਂ ਹੁੰਦੀਆਂ ਹਨ। ਗੁਰ ਕੋ ਜਸ ਲਾਲਸ ਏਸ ਕਰੋ, ਇਸ ਤਰ੍ਹਾਂ ਕਹਿੰਦੇ ਨੇ ਵੀ ਹੈ ਗੁਰਸਿੱਖੋ, ਪਰ ਆਪਾਂ ਕੀ ਲਾਲਸਾ ਮਨ ਦੇ ਵਿੱਚ ਇਹ ਲਾਲਸਾ ਬਣਾਓ। ਭਵਬੰਧ ਮਿਟੈ ਮਨ ਸੁਧ ਕਰਾਏ, ਜਸ ਕਰੋ ਲਾਲਸਾ ਕਰਦੇ ਹੋਏ ਗੁਰੂ ਦਾ ਗਾਇ ਭਾਵ ਕੇ ਸੋਭਾ ਕਰੋ, ਸਲਾਹ ਕਰੋ, ਸਿਫਤ ਕਰੋ, ਜਿਸ ਕਰਕੇ ਜਸ ਕਰਨ ਦੇ ਨਾਲ ਸੰਸਾਰ ਦੇ ਜਨਮ ਮਰਨ ਦੇ ਬੰਧਨ ਕੱਟੇ ਜਾਣ। ਇਹੀ ਲਾਲਸਾ ਇੱਛਾ ਰੱਖ ਕੇ ਸੇਵਾ ਕਰੋ, ਸਿਮਰਨ ਕਰੋ। ਹੋਰ ਕਛੂ ਨ ਇੱਛ ਧਰੋ, ਹੋਰ ਕਿਸੇ ਤਰ੍ਹਾਂ ਦੀ ਇੱਛਾ ਨਹੀਂ ਕਰਨੀ ਚਾਹੀਦੀ। ਮਨ ਤੇ ਹਰ ਗੋਬਿੰਦ ਕੇ ਗੁਣ ਗਾਏ, ਮਨ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਈਏ। ਦੋਹਰਾ ਗੁਰੂ ਗ੍ਰੰਥ ਜੀ ਕੀ ਕਥਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ, ਪ੍ਰਕਾਸ਼, ਸੁੰਦਰ ਮਰਜ਼ਾਦਾ। ਇਹ ਸਾਰੀ ਜੋ ਸੁੰਦਰ ਪ੍ਰਸੰਗ ਸੀ, ਕਥਾ ਸੀ, ਅਮਰ ਕਥਾ। ਭਈ ਸਪੂਰਨ ਆਏ, ਕਵੀ ਜੀ ਕਹਿੰਦੇ ਹੁਣ ਇਹ ਸੰਪੂਰਨ ਹੋਈ ਹੈ। ਅੱਗੇ ਹਰ ਗੋਬਿੰਦ ਕੀ, ਅੱਗੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਮਰ ਜੀਵਨ ਦੀ ਅਮਰ ਗਾਥਾ। ਵਿਆਹ ਕਥਾ ਕਹੂੰ ਗਾਏ, ਕਵੀ ਜੀ ਕਹਿੰਦੇ ਹੁਣ ਵਿਆਹ ਦੀ ਕਥਾ ਮੈਂ ਆਰੰਭ ਕਰਦਾ ਹਾਂ। ਭਗਤ ਸਿੰਘ ਗਦ ਗਦ ਭਇਓ, ਭਾਈ ਭਗਤ ਸਿੰਘ ਜੀ ਗਦ ਗਦ ਹੋ ਗਏ ਭਾਈ ਮਨੀ ਸਿੰਘ ਜੀ ਤੋਂ ਇਹ ਸਾਰਾ ਕਥਾ ਸੁਣ ਕੇ। ਸੁਦਾ ਕਥਾ ਕਰ ਪਾਣ, ਕਿਉਂਕਿ ਅੰਮ੍ਰਿਤ ਰੂਪ ਅੰਮ੍ਰਿਤਸਰ ਸਰੋਵਰ ਅੰਮ੍ਰਿਤ ਰੂਪ ਬਾਣੀ ਦੀ ਅਮਰ ਵਰਗੀ ਜੋ ਕਥਾ ਸੀ, ਸੁਣ ਕੇ ਗਦ ਗਦ ਹੋ ਗਏ, ਅਮਰ ਹੋ ਗਏ। ਗੁਰੂ ਘਰ ਦੇ ਵਿੱਚ ਦੋ ਅਮਰ ਕਥਾ ਨੇ, ਅੰਮ੍ਰਿਤ ਰੂਪ ਬਾਣੀ ਦੀ ਓਂਕਾਰ ਤੋਂ ਲੈ ਕੇ 18-10-20 ਤੱਕ, ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਤੋਂ ਕਲਗੀਧਰ ਮਹਾਰਾਜ ਜੀਆਂ ਤੱਕ ਗੁਰੂ ਇਤਿਹਾਸ ਵੀ ਅਮਰ ਕਥਾ ਹੈ। ਪ੍ਰੇਮ ਦੇ ਨਾਲ ਸੁਣਿਆ ਜਾਵੇ ਤਾਂ ਅਮਰ ਹੋ ਜਾਂਦਾ ਗੁਰਸਿੱਖ। ਸੋ ਇਸ ਤਰ੍ਹਾਂ ਭਾਈ ਭਗਤ ਸਿੰਘ ਗਦ ਗਦ ਹੋ ਗਏ। ਅੰਮ੍ਰਿਤ ਰੂਪੀ ਕਥਾ ਕੰਨਾ ਰੂਪ ਡੋਨਿਆ ਰਾਹੀਂ ਪੀ ਕੇ ਨਿਹਾਲ ਹੋਏ। ਐਸੇ ਬਚ ਤਬ ਕਹਿਤ ਭਇਓਏ, ਇਸ ਤਰ੍ਹਾਂ ਦੇ ਫਿਰ ਬਚਨ ਕਹੇ। ਮੇਰੋ ਹਰਿਓ ਅਗਿਆਨ, ਕੀ ਕਹਿੰਦੇ ਮੇਰਾ ਅਗਿਆਨਤਾ ਦੂਰ ਹੋ ਗਈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਸਿੰਘ ਕਹਿੰਦੇ ਨੇ ਭਾਈ ਮਨੀ ਸਿੰਘ ਜੀਆਂ ਨੂੰ ਕਿ ਅਮਰ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਮਰ ਬਾਣੀ ਦੀ ਸੁਣ ਕੇ ਮੇਰਾ ਅਗਿਆਨ ਨਾਸ ਹੋ ਗਿਆ। ਚੌਪਈ ਕਿਰਤ ਕਿਰਤ ਆਜ ਭਿਓ ਮੈਂ ਭਾਰੀ, ਮੈਂ ਕਿਰਤ ਕਿਰਤ ਰੋਮ ਰੋਮ ਕਰਕੇ ਨਿਹਾਲ ਹੋ ਗਿਆ, ਭਰ ਗਿਆ ਹਾਂ ਨਾਮ ਰਸ ਦੇ ਵਿੱਚ। ਸੁਣੀ ਕਥਾ ਗੁਰ ਕੀ ਦੁਖ ਟਾਰੀ, ਸਤਿਗੁਰਾਂ ਦੇ ਦੁੱਖਾਂ ਦਾ ਨਾਸ ਕਰਨ ਵਾਲੀ ਸਤਿਗੁਰਾਂ ਦੀ ਅਮਰ ਕਥਾ ਮੈਂ ਸੁਣੀ ਹੈ। ਅਮੀ ਕਥਾ ਸੁਨ ਤ੍ਰਿਪਤ ਨ ਆਵੈ, ਅੰਮ੍ਰਿਤ ਰੂਪੀ ਕਥਾ ਸੁਣ ਕਰਕੇ ਮਨ ਰੱਜ ਨਹੀਂ ਰਿਹਾ ਹੈ, ਤ੍ਰਿਪਤ ਨਹੀਂ ਹੁੰਦਾ। ਅਦਕ ਕਰੋ ਜੇ ਬਦਤੀ ਜਾਵੈ, ਅਦਕ ਰੋਜ਼ ਦੀ ਰੋਜ਼ ਵੱਧਦੀ ਜਾ ਰਹੀ ਹੈ ਇੱਛਾ। ਜਦੋਂ ਵੀ ਕੋਈ ਆਪਾਂ ਪ੍ਰੇਮ ਨਾਲ ਮਹਾਰਾਜ ਦਾ ਇਹ ਕਥਾ ਸੁਣੀਏ ਨਾ, ਇਹ ਹਮੇਸ਼ਾ ਹੀ ਫਿਰ ਪ੍ਰੇਮ ਵੱਧਦਾ ਹੈ। ਪਰ ਹੁਣ ਸਾਡੇ 'ਚ ਪ੍ਰੇਮ ਹੀ ਨਹੀਂ ਰਿਹਾ, ਕਿਤੇ ਸੁਣ ਲੈਂਦੇ ਹਾਂ ਕਿਤੇ ਨਾ ਸੁਣਦੇ ਹਾਂ, ਕਿਉਂਕਿ ਪ੍ਰੇਮ ਨਹੀਂ ਹੈ। ਇਹ ਤਾਂ ਪ੍ਰੇਮ ਨਾਲ ਸੁਣੀਏ ਫਿਰ ਲਾਲਸਾ ਲੱਗੀ ਰਹਿੰਦੀ ਆ ਕਿ ਕੱਲ੍ਹ ਨੂੰ ਅੱਗੇ ਕਿਵੇਂ ਕਥਾ ਦੀ ਵਿਚਾਰ ਆਉਣੀ ਹੈ, ਕਦੋਂ ਕਥਾ ਸ਼ੁਰੂ ਹੋਣੀ ਹੈ। ਅਸੀਂ ਇਹ ਕੌਤਕ ਗੁਰੂ ਘਰ ਦੇ ਵਿੱਚ ਤੱਕੇ ਨੇ, ਸੰਗਤਾਂ ਪਹਿਲਾਂ ਹੀ ਆ ਕੇ ਜੁੜ ਜਾਂਦੀਆਂ ਹੁੰਦੀਆਂ ਸੀ ਵੀ ਕੱਲ੍ਹ ਅੱਜ ਕਿਵੇਂ ਕਥਾ ਹੋਣੀ ਹੈ। ਕਥਾ ਕਰਦਿਆਂ ਵੀ ਪਤਾ ਨਹੀਂ ਲੱਗਦਾ ਹੁੰਦਾ ਸੀ ਕਿਵੇਂ ਕਿੰਨਾ ਟਾਈਮ ਲੰਘ ਗਿਆ। ਸੋ ਹੁਣ ਆਪਣੇ ਕੋਲ ਥੋੜ੍ਹੇ ਟਾਈਮ ਹੁੰਦਾ ਹੈ, 25-26 ਮਿੰਟੇ ਲਾਉਂਦੇ ਹਾਂ, ਕਿਉਂਕਿ ਭਰੀ ਜਾ ਰਹੀ ਹੈ ਨੈੱਟ 'ਤੇ ਚੜਾਉਣ ਵਾਸਤੇ। ਇਸ ਕਰਕੇ ਥੋੜ੍ਹੇ ਸਮਾਂ ਲਾਉਂਦੇ ਹਾਂ। ਅਗਰ ਜੇ ਘੰਟਾ ਹੋਵੇ ਫਿਰ ਰਸ ਹੋਰ ਜ਼ਿਆਦਾ ਬਣ ਜਾਂਦਾ ਹੈ, ਕਿਉਂਕਿ ਫਿਰ ਕਾਫੀ ਪ੍ਰਸੰਗ ਉਚਾਰਨ ਹੋ ਜਾਂਦਾ ਹੈ। ਇਸੇ ਕਰਕੇ ਪ੍ਰਸੰਗ ਨੂੰ ਵਧਾਉਂਦੇ ਵੀ ਨਹੀਂ ਹਾਂ, ਬਹੁਤ ਥੋੜ੍ਹੇ ਸ਼ਬਦਾਂ 'ਚ ਅਸੀਂ ਅੱਗੇ ਜਾ ਰਹੇ ਹਾਂ। ਸੋ ਆਓ ਇਸ ਤਰ੍ਹਾਂ ਅੰਮ੍ਰਿਤ ਰੂਪ ਕਥਾ ਹੈ। ਕਹਿ ਰਹੇ ਨੇ ਭਾਈ ਭਗਤ ਸਿੰਘ, ਕਹਿੰਦੇ ਰੱਜ ਨਹੀਂ ਰਿਹਾ ਮਨ ਸੁਣ ਕੇ। ਹਰਗੋਬਿੰਦ ਵਿਆਹ ਵਿਵਹਾਰੂ, ਪਰ ਹੁਣ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਵਿਵਾਹ ਹੈ, ਇਹ ਸਾਰਾ ਕਾਰਜ ਹੈ, ਵਿਵਹਾਰ ਹੈ। ਕਹੋ ਕਥਾ ਪ੍ਰਭ ਜੀ ਸੁਖ ਸਾਰੂ। ਕੀ ਕਹਿ ਰਹੇ ਨੇ ਭਗਤ ਸਿੰਘ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਇਹ ਵੀ ਸਾਨੂੰ ਕਥਾ ਸੁਣਾਓ। ਭਗਤ ਸਿੰਘ ਅਧਿਕਾਰੀ ਪਾਏ, ਭਗਤ ਸਿੰਘ ਜੀ ਅਧਿਕਾਰੀ ਸਨ ਕਥਾ ਸੁਣਨ ਦੇ, ਕਿਉਂਕਿ ਸਰੋਤੇ 'ਚ ਤੇ ਸੁਣਾਉਣ ਵਾਲੇ ਵਿੱਚ ਇਹ 14 ਗੁਣ ਹੋਣੇ ਚਾਹੀਦੇ ਨੇ। ਮਨੀ ਸਿੰਘ ਮਨ ਮੈਂ ਸੁਖ ਪਾਏ,
ਭਾਈ ਮਨੀ ਸਿੰਘ ਬੜੇ ਖੁਸ਼ ਹੋਏ ਮਨ ਕਰਕੇ ਕਿ ਭਾਈ ਭਗਤ ਸਿੰਘ ਬੜੇ ਪ੍ਰੇਮ ਨਾਲ ਸੁਣਦੇ ਨੇ। ਕਰਨ ਲੱਗੇ ਗੁਰ ਕਥਾ ਅਪਾਰਾ। ਅਪਾਰ ਪਾਰਾਵਾਰ ਨਹੀਂ ਹੈ ਜੋ ਸਤਿਗੁਰਾਂ ਦੇ ਅਮਰ ਜੀਵਨ ਦੀ ਉਹ ਕਥਾ ਨੂੰ ਅੱਗੇ ਸੁਣਾਉਣ ਲੱਗੇ। ਜੈ ਪੜ ਸੁਨੇ ਹੋਏ ਜੈਕਾਰਾ। ਜਿਨ੍ਹਾਂ ਦੇ ਸੁਣਨ ਦੇ ਨਾਲ ਜੀਵਨ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ, ਜੀਵਨ ਦੇ ਵਿੱਚ ਚੜ੍ਹਦੀ ਕਲਾ ਹੋ ਜਾਂਦੀ ਹੈ। ਹਰ ਗੋਬਿੰਦ ਨੂੰ ਬਰਸ ਬਿਤਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 9 ਸਾਲ ਦੇ ਹੋ ਗਏ ਨੇ। ਕਛੁਕ ਸਿਆਮ ਸੁੰਦਰ ਛਬ ਛੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜੋ ਰੰਗ ਸੀ ਉਹ ਸਾਵਲਾ ਸਿਆਮ ਸੁੰਦਰ ਸੀ। ਪਹਿਲਾਂ ਤਾਂ ਬਹੁਤ ਸੁਨੱਖੇ ਸੀ, ਪਰ ਜਦੋਂ ਚੇਚਕ ਹੋ ਗਈ ਸੀ ਮਹਾਰਾਜ ਦੇ ਚਿਹਰੇ ਦੇ ਉੱਤੇ, ਕਈ ਵਾਰੀ ਬੁਖਾਰ ਹੋਇਆ, ਇਸ ਕਰਕੇ ਮਹਾਰਾਜ ਦਾ ਰੰਗ ਬੜਾ ਸੁੰਦਰ ਸਾਵਲਾ ਸੀ, ਪਰ ਸੁਨੱਖੇ ਬਹੁਤ ਜ਼ਿਆਦਾ ਸੀ। ਹੁਣ ਇੱਥੇ ਕਵੀ ਜੀ ਮਹਾਰਾਜ ਦੀ ਸੁੰਦਰਤਾ ਬਿਆਨ ਕਰਦੇ ਨੇ, ਕਿਉਂਕਿ ਰਾਮ ਵੀ ਕ੍ਰਿਸ਼ਨ ਵੀ ਇਹ ਵੀ ਸਾਂਵਲੇ ਰੰਗ ਦੇ ਹੋਏ ਨੇ। ਤਦੇ ਕਿਹਾ ਕਵੀ ਜੀਆਂ ਨੇ, ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਬਾਣੀ 'ਚ ਵੀ ਮਹਾਰਾਜ ਨੇ ਸਿਆਮ ਆਖਿਆ, ਸਿਆਮ ਸਾਵਲਾ ਰੰਗ ਹੁੰਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਸਾਂਵਲੇ ਰੰਗ ਦੇ ਅਤਿਅੰਤ ਹੀ ਸ਼ੋਭਾ ਪਾਉਂਦੇ ਨੇ। ਪੁਜੇ ਅੰਗਦ ਕੰਕਣ ਕਰ ਸੋ ਹੈ। ਮਹਾਰਾਜ ਦੇ ਭੁਜਾਵਾਂ ਦੇ ਵਿੱਚ ਅੰਗਦ ਬੋਹਟੇ ਪਾਏ ਹੋਏ, ਕੜੇ ਪਹਿਨੇ ਹੋਏ ਸ਼ੋਭਾ ਪਾਉਂਦੇ ਨੇ। ਕੰਠ ਮਾਲ ਮੁਕਤਨ ਮਨ ਮੋਹ ਹੈ। ਮੋਤੀਆਂ ਦੀ ਮਾਲਾ ਗਲ ਦੇ ਵਿੱਚ ਪਹਿਨੀ ਹੋਈ ਬਾਹਲੀ ਮਨ ਨੂੰ ਮੋਹਦੀ ਹੈ। ਰਿਸ਼ਟ ਪੁਸ਼ਟ ਤਨ ਅਤ ਸ਼ਬ ਛਾਜਤ। ਫਿਰ ਸਤਿਗੁਰੂ ਮਹਾਰਾਜ ਦਾ ਜੋ ਪਾਵਨ ਪਵਿੱਤਰ ਸਰੀਰ ਸੀ ਨਾ, ਬੜਾ ਰਿਸ਼ਟ ਪੁਸ਼ਟ ਸੀ। ਹੈ 9 ਸਾਲ ਦੇ ਸੀ, ਲੱਗਦੇ ਸੀ ਜਿਵੇਂ 15-16 ਸਾਲ ਦੇ ਹੋਣ, ਕਿਉਂ ਬੜੇ ਜਵਾਨ ਸਨ। ਕੋਟ ਕਾਮ ਦਿਖ ਮਨ ਮੈਂ ਲੱਜਤ। ਕਰੋੜਾਂ ਕਾਮਦੇਵ ਜਿਨ੍ਹਾਂ ਨੂੰ ਤੱਕ ਕੇ ਲੱਜਾਵਾਨ ਹੁੰਦੇ, ਸ਼ਰਮ ਆਉਂਦੀ ਸੀ ਉਹਨਾਂ ਦੇਵ ਕਾਮਦੇਵ ਨੂੰ। ਪੂਰ ਇੰਦ ਸਮ ਬਦਨ ਪ੍ਰਕਾਸ਼ੇ। ਮਹਾਰਾਜ ਦਾ ਪਾਵਨ ਪਵਿੱਤਰ ਸ੍ਰੀ ਚੰਦਰਮਾ ਦੀ ਨਿਆਈ ਬਦਨ ਪ੍ਰਕਾਸ਼ ਰਿਹਾ ਹੈ। ਕਿਰਪਾ ਦ੍ਰਿਸ਼ਟ ਤਮ ਦਾਸਨ ਨਾਸੇ। ਕਿਉਂ ਮਾਨੋ ਵੀ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਆਪਣੇ ਦਾਸਾਂ ਦੀ ਹਿਰਦਿਆਂ ਚੋਂ ਤਮ ਹਨੇਰਾ ਦੂਰ ਕਰਦੇ। ਜਿਵੇਂ ਚੰਦਰਮਾ ਚੜ੍ਹ ਜਾਂਦਾ ਨਾ ਪੂਰਨਮਾਸੀ ਦਾ, ਫਿਰ ਹਨੇਰੇ ਨੂੰ ਦੂਰ ਕਰ ਦਿੰਦਾ ਹੈ। ਇਉਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਕਾਸ਼ਵਾਨ ਹੋ ਕੇ ਗੁਰਸਿੱਖਾਂ 'ਤੇ ਕਿਰਪਾ ਦ੍ਰਿਸ਼ਟੀ ਕਰਦੇ, ਮਨਾਂ ਦੇ ਵਿੱਚੋਂ ਅਗਿਆਨਤਾ ਦੂਰ ਕਰਦੇ। ਨੈਣ ਕਮਲ ਸਮ ਖਿਰੇ ਰਹਾਈ। ਇਉਂ ਮਾਨੋ ਕਮਲ ਫੁੱਲ ਦੀ ਨਿਆਈ ਮਹਾਰਾਜ ਦੇ ਨੇਤਰ ਸਦਾ ਹੀ ਪ੍ਰਕਾਸ਼ ਰਹਿੰਦੇ ਸੀ, ਖਿੜੇ ਰਹਿੰਦੇ ਸੀ। ਖੰਜਨ ਮੀਨ ਦੇਖ ਸੁਖ ਚਾਹੀ। ਖੰਜਨ ਇੱਕ ਭਾਵ ਕਿ ਮਮੋਲਾ ਹੁੰਦਾ, ਮੀਨ ਮੱਛੀ ਨੂੰ ਕਹਿੰਦੇ ਨੇ। ਮਮੋਲਾ ਵੀ ਮੱਛੀ ਵੀ ਇਹਨਾਂ ਦੇ ਨੇਤਰ ਬਾਹਲੇ ਸੋਹਣੇ ਮੰਨੇ ਜਾਂਦੇ ਨੇ। ਇਹ ਵੀ ਸੁਖਚਾਈ ਭਾਵ ਸੰਕੋਚ ਕਰਦੇ ਨੇ ਮਮੋਲੇ ਤੇ ਮੱਛੀ ਦੇ ਨੇਤਰ, ਕਿ ਇੰਨੇ ਸੋਹਣੇ ਨੇਤਰ ਨੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ। ਦੋਹਰਾ ਸੰਖ ਗਰੀਬ ਬਿੰਬਾ ਖਿਰੇ ਅਤਿ ਸੁੰਦਰਤਾ ਕੀ ਖਾਨ। ਕਿਉਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜੋ ਗਰੀਬ ਗਰਦਨ ਹੈ, ਸੰਖ ਵਰਗੀ ਹੈ, ਗੁਣਾਂ ਦੇ ਹੀ ਖਾਨ ਹਨ। ਸੁੰਦਰਤਾ ਸਭ ਜਗਤ ਕੀ। ਸਾਰੇ ਜਗਤ ਦੀ ਜਿਹੜੀ ਸੁੰਦਰਤਾ ਹੈ, ਦੇਖ ਰੂਪ ਸੁਖ ਚਾਨ। ਕਿਉਂ ਮਾਨੋ ਸਾਰੇ ਸੰਸਾਰ ਦੀ ਸੁੰਦਰਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੁੰਦਰਤਾ ਨੂੰ ਦੇਖ ਕੇ ਸੰਕੋਚ ਕਰਦੀ ਹੈ ਕਿ ਮੈਂ ਬਰਾਬਰ ਨਹੀਂ ਹੋ ਸਕੀ। ਸ਼ਸਤਰ ਅਸਤਰ ਤਨ ਬਾਂਧ ਕੈ। ਧੰਨ ਪਾਤਸ਼ਾਹ ਜੀ, ਕਿਉਂਕਿ ਬਾਬਾ ਬੁੱਢਾ ਜੀ ਪਹਿਲਾਂ ਤੋਂ ਹੀ ਗੱਤਕਾ ਸਿਖਾਇਆ ਕਰਦੇ ਸੀ। ਤੇ ਸ਼ਸਤਰ ਤੇ ਅਸਤਰ, ਸ਼ਸਤਰ ਹੁੰਦੇ ਨੇ ਹੱਥ ਨਾਲ ਚਲਾਉਣ ਵਾਲੇ, ਅਸਤਰ ਹੁੰਦੇ ਨੇ ਹੱਥੋਂ ਛੱਡ ਕੇ ਚਲਾਉਣ ਵਾਲੇ, ਜਿਵੇਂ ਤੀਰ ਕਮਾਨ। ਇਉਂ ਸਾਰੇ ਸਜਾਏ ਹੋਏ ਹਨ। ਸੁੰਦਰ ਕਮਰ ਛਕਾਏ। ਨਾਲੇ ਕਮਰ ਕਸ਼ਾ ਲਾਇਆ ਹੋਇਆ ਸਤਿਗੁਰੂ ਪਾਤਸ਼ਾਹ ਜੀਆਂ ਨੇ। ਸ਼ਿਕਾਰ ਖੇਲ ਬਨ ਮੈਂ ਕਰੈ। ਕਈ ਵਾਰੀ ਸ਼ਿਕਾਰ ਖੇਡਣ ਘੋੜਸਵਾਰੀ ਕਰਦੇ ਹਨ, ਜਾਂਦੇ ਨੇ। ਸਭ ਨਿਵਦੈ ਆਏ। ਇਉਂ ਮਾਨੋ ਭਾਵ ਕੇ ਸਾਰੇ ਜਦੋਂ ਵਾਪਸ ਆਉਂਦੇ ਨਿਮਦੇ ਸਤਿਗੁਰਾਂ ਨੂੰ ਨਮਸਕਾਰ ਕਰਦੇ। ਚੌਪਈ ਮਹਾ ਵਿਸ਼ਨ ਭਗਵੰਤ ਅਪਾਰਾ। ਜੋ ਭਗਵਾਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਪਾਰਾਵਾਰ ਤੋਂ ਰਹਿਤ। ਕੌਤਕ ਕਰੈ ਜਗਤ ਸੁਖਕਾਰਾ। ਇਹ ਜਗਤ ਦੇ ਵਿੱਚ ਜਗਤ ਨੂੰ ਸੁਖ ਦੇਣ ਵਾਸਤੇ ਕੌਤਕ ਕਰ ਰਿਹਾ ਹੈ। ਹਰਗੋਬਿੰਦ ਨਰ ਦੇ ਸਵਾਰੀ। ਕੌਣ ਹੈ ਉਹ? ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਸਰੂਪ ਧਾਰਨ ਕੀਤਾ ਪਰਮੇਸ਼ਰ ਨੇ। ਦਿਖ ਮੋਹਤ ਸਗਲੇ ਨਰ ਨਾਰੀ। ਜਿਨ੍ਹਾਂ ਨੂੰ ਦਰਸ਼ਨ ਕਰਕੇ ਸਾਰੇ ਨਰ ਨਾਰੀ ਮੋਹੇ ਜਾ ਰਹੇ ਨੇ। ਉਹ ਮਾਨੋ ਕਿ ਇੱਕ ਮਨੁੱਖੀ ਜਾਮੇ 'ਚ ਨਿਰੰਕਾਰ ਸਰੂਪ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਕੇ ਸੰਸਾਰ ਦੇ ਜੀਵਾਂ ਨੂੰ ਸੁਖ ਦੇਣ ਵਾਸਤੇ ਰੂਪ ਧਾਰਨ ਕਰਕੇ ਆਏ ਹੋਏ ਨੇ। ਗੁਰੂ ਅਰਜਨ ਦਿਖ ਅਨੰਦਨ ਮਾਵਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਲਾਡਲੇ ਲਾਲ ਨੂੰ ਤੱਕਦੇ ਹੋਏ ਆਨੰਦ 'ਚ ਸਮਾਉਂਦੇ ਨੀ। ਮਾਤ ਗੰਗ ਪਿਖ ਬਲ ਬਲ ਜਾਵਤ। ਮਾਤਾ ਗੰਗਾ ਜੀ ਵੀ ਬਲਿਹਾਲ ਬਲਿਹਾਰ ਸਦਕੇ ਸਦਕੇ ਜਾਂਦੇ ਨੇ। ਇਹ ਵਿਦ ਕਥਾ ਗੁਰੂ ਕੀ ਭਈ। ਇਸ ਤਰੀਕੇ
ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਹਾਨ ਬਖਸ਼ਿਸ਼ਾਂ ਦੇ ਦਾਤੇ ਵੱਡੇ ਹੋ ਰਹੇ ਨੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਪੂਰਨ ਹੋ ਜਾਂਦੀ ਹੈ ਕਥਾ। ਇਉਂ ਰਚਨਾ ਹੋਈ ਹੈ ਅੰਮ੍ਰਿਤਸਰ ਵਿਖੇ। ਅਬ ਸੋ ਸੁਣਾ ਕਲੈ ਜਿਮ ਪਈ। ਕਹਿੰਦੇ ਹੁਣ ਸੁਣੋ, ਇੱਕ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਕਲਹ। ਕਲਹ ਨਾ ਹੁੰਦਾ ਝਗੜੇ ਦਾ ਕਾਰਨ, ਵੀ ਇਹ ਹੁਣ ਕਲਾ ਕਿਵੇਂ ਆਈ ਹੈ। ਪਾਛੇ ਹਰਗੋਬਿੰਦ ਸੁਖਦਾਈ। ਪਹਿਲਾਂ ਸੁੱਖਾਂ ਦੀ ਦੇਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਿਰੰਕਾਰ ਸਰੂਪ ਹੋ ਕੇ ਸ੍ਰਿਸ਼ਟੀ ਦੇ ਵਿੱਚ ਆਏ। ਕਲ ਕੋ ਆਗਿਆ ਕਹੀ ਬਨਾਈ। ਫਿਰ ਪਰਮੇਸ਼ਰ ਨੇ ਨਿਰਗੁਣ ਸਰੂਪ ਨੇ ਕਲਾ ਨੂੰ ਆਗਿਆ ਕੀਤੀ ਕਿ ਹੁਣ ਤੂੰ ਵੀ ਜਾ। ਦਿੱਲੀ ਚੰਦੂ ਗ੍ਰਹਿ ਭਵ ਪਾਵੋ। ਇਹ ਕਲਾ ਕਿੱਥੇ ਆਈ ਹੈ? ਦਿੱਲੀ ਦੇ ਵਿੱਚ ਚੰਦੂ ਦੇ ਘਰ ਆ ਕੇ ਵੀ ਜਨਮ ਲੈਂਦੀ ਹੈ। ਕਲੈ ਵਧਾਏ ਬਹੁਰ ਗ੍ਰਹਿ ਜਾਵੋ। ਵੀ ਜਾ ਕੇ ਕਲਾ ਵਧਾਓ ਗ੍ਰਹਿ ਜਾ ਕੇ ਚੰਦੂ ਦੇ ਘਰ ਜਾ ਕੇ। ਸੋ ਕਲ ਸ੍ਰੀ ਗੁਰੂ ਆਗਿਆ ਪਾਏ। ਕਿਉਂ ਕਲਹ ਆਗਿਆ ਪਾ ਕਰਕੇ ਕਾਲ ਪੁਰਖ ਨਿਰੰਕਾਰ ਦੀ। ਚੰਦੂ ਕੇ ਗ੍ਰਹਿ ਜਨਮੀ ਜਾਏ। ਚੰਦੂ ਦੇ ਘਰ ਆ ਕੇ ਜਨਮ ਲੈ ਲਿਆ। ਚੰਦੂ ਪੁੱਤਰੀ ਨਾਮ ਸਦਾਇਓ। ਕੀ ਹੈ? ਚੰਦੂ ਦੀ ਪੁੱਤਰੀ ਨਾਮ ਸਦਾਇਆ ਹੈ। ਸੁੰਦਰ ਰੂਪ ਅਜਕ ਜਗ ਗਾਇਓ। ਜਿਹਦਾ ਬਹੁਤ ਸੁੰਦਰ ਰੂਪ ਹੈ ਜਗਤ ਦੇ ਵਿੱਚ ਗਾਇਆ ਗਿਆ। ਦੋਹਰਾ ਸਪਤ ਵਰਸ ਕੀ ਜਬ ਭਈ। ਜਦੋਂ 7 ਸਾਲਾਂ ਦੀ ਹੋਈ ਹੈ ਚੰਦੂ ਦੀ ਪੁੱਤਰੀ ਕਲਹ ਆਈ ਹੈ ਮਾਨੋ। ਕੰਨਿਆ ਰੂਪ ਅਪਾਰ। ਕੰਨਿਆ ਬਹੁਤ ਸੁੰਦਰ ਸਰੂਪ ਹੈ ਸਦਾ। ਚੰਦੂ ਨਾਰੀ ਕਹਿਤ ਭੀ। ਫਿਰ ਚੰਦੂ ਦੇ ਘਰ ਵਾਲੀ ਨੇ ਇੱਕ ਦਿਨ ਚੰਦੂ ਨੂੰ ਕਿਹਾ ਹੈ, ਦੀਵਾਨ ਸੀ ਬਾਦਸ਼ਾਹ ਦਾ। ਪਤ ਇਕਾਂਤ ਨਿਹਾਰ। ਆਪਣੇ ਪਤੀ ਨੂੰ ਇਕਾਂਤ ਦੇਖ ਕੇ ਆਖਿਆ ਚੰਦੂ ਦੇ ਘਰ ਵਾਲੀ ਨੇ। ਵਰ ਲਾਇਕ ਪੁੱਤਰੀ ਭਈ। ਆਖਿਆ ਪਤੀ ਦੇਵ ਆਪਣੀ ਪੁੱਤਰੀ ਹੁਣ ਵਰ ਦੇ ਲਾਇਕ ਹੈ। ਕਿਉਂ ਪੁਰਾਣੇ ਸਮੇਂ 'ਚ ਸੀ 7 ਸਾਲਾਂ ਦੀਆਂ ਬੱਚੀਆਂ ਨੂੰ ਮੰਗ ਦਿਆ ਕਰਦੇ ਸੀ। ਪਹਿਲਾਂ ਕਈ ਵਾਰੀ ਵਿਆਹ ਕਰ ਦੇਣਾ, ਮੁਕਲਾਵਾ ਮਗਰੋਂ ਦੇਣਾ। ਜਿਸ ਤਰ੍ਹਾਂ ਮਾਤਾ ਗੁਜਰੀ ਜੀ ਵੀ 7 ਸਾਲਾਂ ਦੇ ਸਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨਾਲ ਜਦੋਂ ਆਨੰਦ ਕਾਰਜ ਹੋਏ। ਸੋ ਇਸ ਤਰ੍ਹਾਂ ਇਹ ਵੀ ਗੱਲ ਫਿਰ ਚੰਦੂ ਦੇ ਘਰ ਵਾਲੀ ਨੇ ਕਹੀ ਹੈ ਕਿ ਆਪਣੀ ਵਰ ਲਾਇਕ ਹੋ ਗਈ ਬੱਚੀ। ਘਰ ਵਰ ਸੁੰਦਰ ਹੋਏ। ਕਿੱਥੇ ਵਿਆਹਣੀ ਹੈ? ਬਾਹਲਾ ਸੁੰਦਰ ਹੋਵੇ ਘਰ ਵੀ ਤੇ ਵਰ ਵੀ। ਉੱਚੀ ਕੁਲ ਜਗ ਜਸ ਪ੍ਰਗਟ। ਇਹ ਜਗਤ ਦੇ ਵਿੱਚ ਉੱਚੀ ਕੁਲ ਹੋਵੇ, ਪ੍ਰਗਟ ਹੋਵੇ ਕਿ ਉੱਚੀ ਕੁਲ ਵਾਲੇ ਹਨ। ਕਰੀਏ ਸਗਾਈ ਸੋਏ। ਉਸ ਘਰ ਦੇ ਵਿੱਚ ਆਪਾਂ ਆਪਣੀ ਧੀ ਦੀ ਸਗਾਈ ਕਰੀਏ। ਚੌਪਈ ਭਲੀ ਬਾਤ ਚੰਦੂ ਮਨ ਮਾਨੀ। ਭਲੀ ਬਾਤ ਮੰਨੀ ਆ ਚੰਦੂ ਨੇ ਘਰ ਵਾਲੀ ਤੋਂ ਸੁਣ ਕੇ। ਬੋਲੇ ਵਿਪਰ ਬੁੱਧ ਬਰਬਾਨੀ। ਇਉਂ ਬੜੇ ਸੋਹਣੇ ਪਿਆਰ ਦੇ ਨਾਲ ਫਿਰ ਵਿਪਰ ਮੈਨੇ ਬ੍ਰਾਹਮਣ ਬਸ ਸੱਦ ਲਿਆ, ਜਿਹੜਾ ਸਿਆਣਾ ਸੀ, ਵਿਦਵਾਨ ਸੀ। ਤਿਨ ਕੋਏ ਬਿਦ ਕਹਾ ਸੁਨਾਏ। ਆਪਣਾ ਪ੍ਰੂਤ ਬ੍ਰਾਹਮਣ ਨੂੰ ਸੱਦ ਕੇ ਉਹਨੂੰ ਫਿਰ ਕਹਿ ਦਿੱਤਾ ਹੈ ਚੰਦੂ ਨੇ। ਕੰਨਿਆ ਸਮ ਖੋਜੋ ਵਰ ਜਾਏ। ਆਖਿਆ ਇਹ ਪੰਡਤ ਜੀ ਅੱਗੇ ਲਾਗੀ ਤੇ ਪੰਡਤ ਹੀ ਜਾਇਆ ਕਰਦੇ ਵਰ ਲੱਭਣ ਵਾਸਤੇ। ਆਖਿਆ ਇਹਨਾਂ ਲਾਗੀਆਂ ਨੂੰ, ਪੁਰੋਹਿਤ ਨੂੰ, ਕਿ ਜਿਸ ਤਰ੍ਹਾਂ ਦਾ ਮੇਰਾ ਘਰ ਹੈ, ਮੇਰੀ ਪੁੱਤਰੀ ਹੈ, ਉਸ ਤਰ੍ਹਾਂ ਦਾ ਹੀ ਜਾ ਕੇ ਵਰ ਲੱਭੋ। ਮੈਂ ਦੀਵਾਨ ਪਾਤਸ਼ਾਹੀ ਭਾਰਾ। ਕਿਉਂਕਿ ਮੈਂ ਪਾਤਸ਼ਾਹੀ ਦਾ ਦੀਵਾਨ ਹਾਂ, ਬਾਦਸ਼ਾਹ ਦਾ। ਮੋਹ ਸਮਾਨ ਕੋ ਹੋਏ ਉਜਾਰਾ। ਮੇਰੇ ਸਮਾਨ ਕੋਈ ਉਜਾਗਰ ਹੋਵੇ ਜਿਵੇਂ ਮੈਂ ਉਜਾਗਰ ਹਾਂ, ਜਹਾਂਗੀਰ ਦਾ ਉਹ ਸੀਏ। ਉੱਚੀ ਕੁਲ ਸੁੰਦਰ ਦਿਖ ਵਰ ਕੋ। ਭਾਵ ਕਿ ਉੱਚੀ ਕੁਲ ਹੋਵੇ, ਸੁੰਦਰ ਵਰ ਹੋਵੇ। ਕਰੋ ਸਗਾਈ ਤੈਂ ਦਿਖ ਘਰ ਕੋ। ਭਾਵ ਉਸ ਐਸਾ ਸੋਹਣਾ ਘਰ ਦੇ ਕੇ ਸੰਗਾਈ ਕਰਕੇ ਆਉਣੀ। ਏਕ ਵਿਪਰ ਵਰ ਦੂਜੋ ਨਾਈ। ਫਿਰ ਇੱਕ ਬ੍ਰਾਹਮਣ ਸੀ, ਦੂਜਾ ਉਹਦੇ ਨਾਲ ਨਾਈ ਸੀ। ਵਰ ਲੱਭਣ ਵਾਸਤੇ ਚੱਲੇ। ਚੱਲੇ ਚੰਦੂ ਕੀ ਆਗਿਆ ਪਾਈ। ਚੰਦੂ ਦੀ ਆਗਿਆ ਪਾ ਕੇ ਦੋਏ ਜਣੇ ਚੱਲ ਪੈਂਦੇ ਹਨ। ਚੰਦੂ ਸੰਭਲ ਦਈ ਅਪਾਰਾ। ਇਸ ਤਰ੍ਹਾਂ ਚੰਦੂ ਨੂੰ ਫਿਰ ਆਗਿਆ ਦਿੱਤੀ ਆ, ਨਾਲ ਕੁਝ ਦਿੱਤਾ ਹੈ। ਸੰਭਲ ਹੁੰਦਾ ਭਾਵ ਕਿ ਮਿੱਠਾ, ਕੁਛ ਵਸਤਰ, ਕੁਛ ਧਨ ਦੌਲਤ ਖਰਚ ਵੀ ਦਿੱਤਾ ਹੈ ਕਿ ਜਾ ਕੇ ਲੱਭੋ। ਚੱਲੇ ਦੋ ਮਨ ਆਨੰਦ ਧਾਰਾ। ਦੋਏ ਬੜੇ ਆਨੰਦ ਦੇ ਨਾਲ ਚੱਲ ਪੈਂਦੇ ਨੇ ਬ੍ਰਾਹਮਣ ਤੇ ਨਾਈ। ਦਸ ਫਿਰ ਵਰ ਕਹੀਂ ਨਾ ਪਾਇਓ। ਕਿਉਂ ਮਾਨੋ 10 ਦਿਸ਼ਾਵਾਂ ਦੇ ਵਿੱਚ ਘੁੰਮੇ, ਬੜੀ ਦੂਰ ਦੂਰ ਤੱਕ ਇਹਨਾਂ ਦੋਵਾਂ ਨੇ ਚੱਕਰ ਲਾਏ, ਪਰ ਇਹਨਾਂ ਨੂੰ ਕਿਤੇ ਵਰ ਨਾ ਲੱਭਿਆ। ਨਿਜ ਮਨ ਤਿਨ ਬੜ ਹੀ ਦੁਖ ਪਾਇਓ। ਬੜੇ ਦੁਖੀ ਹਨ ਮਨ ਦੇ ਵਿੱਚ। ਵਰ ਕਰ ਸੁੰਦਰ ਦ੍ਰਿਸ਼ਟ ਨ ਆਵੇ। ਸੋਹਣਾ ਘਰ ਤੇ ਸੋਹਣਾ ਵਰ ਚੰਦੂ ਦੀ ਪੁੱਤਰੀ ਵਾਸਤੇ ਕੋਈ ਨਜ਼ਰ ਨਹੀਂ ਪੈਂਦਾ ਹੈ। ਇਕੱਠੀ ਬਾਤ ਕਹੀਂ ਨਾ ਦਿਖਾਵੇ। ਕਿਤੇ ਵੀ ਇਹ ਚੰਗੀ ਗੱਲ ਸਮਝ ਨਹੀਂ ਆ ਰਹੀ। ਇਕੱਠੀਆਂ ਦੋਏ ਗੱਲਾਂ ਮਿਲ ਜਾਣ। ਇਉਂ ਦੋਏ ਹੁਣ ਸਾਰੇ ਘੁੰਮਦੇ ਫਿਰਦੇ ਭਾਲਦੇ ਆ ਰਹੇ ਨੇ, ਕਿਤੇ ਇਹਨਾਂ ਨੂੰ ਲੱਭ ਨਹੀਂ ਰਿਹਾ ਜਿਸ ਤਰ੍ਹਾਂ ਦਾ ਚਾਹੁੰਦੇ ਨੇ। ਆਓ ਸਮੇਂ ਦੀ ਸਮਾਪਤੀ ਹੈ।
ਅਗਲਾ ਇਤਿਹਾਸ ਪਿਆਰ ਨਾਲ ਕੱਲ੍ਹ ਨੂੰ ਸਰਵਣ ਕਰਨਾ, ਭੁੱਲਾਂ ਮਾਫ ਕਰਨੀਆਂ, ਫਤਿਹ ਪ੍ਰਵਾਨ ਕਰਨੀ ਜੀਓ। 10 ਦਿਸ ਫਿਰ ਵਰ ਕਹੀ ਨਾ ਪਾਇਓ, ਨਿਜ ਮਨ ਤਿਨ ਬੜ ਹੀ ਦੁਖ ਪਾਇਓ। ਵਰ ਕਰ ਸੁੰਦਰ ਦ੍ਰਿਸ਼ਟ ਨ ਆਵੈ, ਇਕਠੀ ਬਾਤ ਕਹੀ ਨਾ ਦਿਖਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।